ਅਸੀਂ ਬੈਠ ਕੇ ਕੋਈ ਚੱਜ ਦੀ ਗੱਲ ਨਹੀਂ ਕਰਦੇ, ਸਵਾ ਦੂਸਰੇ ਦੀ ਨਿੰਦਿਆ ਚੁਗਲੀ ਕਰਦੇ ਹਾਂ। ਦੂਸਰੇ ਦੇ ਸੁੱਖ ਦੇਖ ਕੇ ਆਪਾਂ ਆਪਣੇ ਮਨ ਅੰਦਰ ਹੀ ਸੜਦੇ ਰਹਿੰਦੇ ਹਾਂ। ਉਸ ਈਰਖਾ ਦੀ ਅੱਗ ਵਿੱਚ ਅਸੀਂ ਆਪਣੇ ਆਪ ਹੀ ਸੜ ਜਾਂਦੇ ਹਾਂ। ਪਰਮਾਤਮਾ ਆਖਦੇ ਨੇ ਹਰ ਇੱਕ ਇਨਸਾਨ ਦੇ ਅੰਦਰ ਹੈ। ਅੰਦਰ ਦਿਖਣ ਵਾਲੀ ਸਾਡੀ ਅੱਖ ਨਹੀਂ ਹੈ। ਅਸੀਂ ਕਿਸ ਤਰ੍ਹਾਂ ਅੰਦਰ ਜਾਣਾ ਹੈ, ਕਿਸ ਤਰ੍ਹਾਂ ਉਸ ਪ੍ਰਮਾਤਮਾ ਨੂੰ ਮਿਲਣਾ ਹੈ। ਇਹ ਨਹੀਂ ਵੀ ਆਪਾਂ ਚੌਂਕੀਆਂ ਭਰਦੇ ਰਹੀਏ, ਚੌਂਕੀਆਂ ਭਰ ਕੇ ਉਹਦੇ ਉੱਤੇ ਅਮਲ ਨਾ ਕਰੀਏ। ਅਗਰ ਚੌਂਕੀ ਭਰਨੀ ਹੈ ਉਹਦੇ ਉੱਤੇ ਅਮਲ ਕਰੀਏ, ਕੁਝ ਸਿੱਖੀਏ, ਤਦ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਚੌਂਕੀ ਭਰ ਲਓ ਸਾਰੀ ਰਾਤ ਜਾਗ ਕੇ, ਅਗਰ ਅਸੀਂ ਇੱਕ ਵੀ ਚੁਗਲੀ, ਕਿਸੇ ਦੀ ਨਿੰਦਿਆ, ਕੋਈ ਮਾੜੀ ਗੱਲ ਕਰਦੇ ਹਾਂ, ਉਹ ਸਾਰਾ ਪੱਤਾ ਸਾਡਾ ਸਾਫ਼ ਹੋ ਜਾਂਦਾ ਹੈ। ਤਸਵੀਰ ਫੇਰ ਤਸੱਬਰ ਵਾਲੀ, ਕੀ ਲੈਣਾ ਨਮਾਜ਼ਾਂ ਪੜ੍ਹ ਪੜ੍ਹ ਕੇ, ਮੱਕੇ ਗਿਆ ਰੱਬ ਨਹੀਂ ਮਿਲਦਾ, ਕੀ ਲੈਣਾ ਮੱਕਾ ਹੱਜ ਕਰ ਕਰਕੇ। ਜਾਗ ਬਿਨਾਂ ਦੁੱਧ ਕਦੇ ਨਾ ਜੰਮਦਾ, ਭਾਵੇਂ ਲਾਲ ਹੋ ਜਾਏ ਕੜ ਕੜ ਕੇ। ਵੇਦ ਗ੍ਰੰਥਾਂ ਵਿੱਚ ਰੱਬ ਨਹੀਂ ਮਿਲਦਾ, ਕਾਜੀ ਪੰਡਤ ਮਰ ਗਏ ਪੜ੍ਹ ਪੜ੍ਹ ਕੇ। ਤਰਸੇਮਲਾ ਰੱਬ ਉਹਨਾਂ ਨੂੰ ਮਿਲਿਆ, ਜਿਨ੍ਹਾਂ ਸੀਸ ਰੱਖਿਆ ਤਲੀ ਤੇ ਫੜ ਕੇ। ਪਿਆਰੀ ਸਾਧ ਸੰਗਤ ਜੀ, ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ, ਵੇਦ ਸ਼ਾਸਤਰਾਂ ਨੂੰ ਪੜ੍ਹ ਕੇ ਪਰਮਾਤਮਾ ਨਹੀਂ ਮਿਲਦਾ। ਅਗਰ ਉਸ ਗੁਰੂ ਰਹਿਬਰ ਦੀ ਕਿਰਪਾ ਹੋਵੇ, ਅਗਰ ਉਸਦੇ ਅਸੀਂ ਸ਼ਬਦ ਦੀ ਕਮਾਈ ਕਰੀਏ, ਉਹਦੇ ਉੱਤੇ ਅਮਲ ਕਰੀਏ, ਤਦ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਮਗਰ ਅਸੀਂ ਕਰਦੇ ਨਹੀਂ। ਪਿਆਰੀ ਸਾਧ ਸੰਗਤ ਜੀ, ਪਤਾ ਹੈ ਜਿੱਥੋਂ ਆਏ ਹਾਂ ਉੱਥੇ ਜਾਣਾ ਹੈ, ਮਗਰ ਅਸੀਂ ਉਸ ਤੇ ਪਹੁੰਚਣ ਤੋਂ ਪਹਿਲਾਂ ਹੀ ਕਦੀ ਸੋਚਿਆ ਨਹੀਂ ਕਿ ਕਿੱਥੋਂ ਆਇਆ, ਕਿੱਥੇ ਜਾਣਾ। ਦਿਨ ਰਾਤ ਪਾਪ ਦੀ ਕਮਾਈ, ਪਾਪ ਝੂਠ ਬੋਲ ਬੋਲ ਕੇ ਅਸੀਂ ਆਪਣਾ ਪੇਟ ਭਰ ਰਹੇ ਹਾਂ। ਮਗਰ ਪਿਆਰੀ ਸਾਧ ਸੰਗਤ ਜੀ, ਅਗਰ ਇਨਸਾਨ ਇੱਕ ਗੱਲ ਵੀ ਲੜ ਬੰਨ ਲੈ, ਦੇਖੋ ਦਿੱਲੀ ਜਾਣਾ ਹੈ, ਜਿਸ ਨੇ ਕਿਸੇ ਕਿਤਾਬ ਵਿੱਚ ਜਾਂ ਕਿਸੇ ਕੋਲੋਂ ਸੁਣਿਆ ਹੋਵੇਗਾ ਵੀ ਵਾਇਆ ਦਿੱਲੀ ਜਾਣਾ ਹੈ, ਰਸਤੇ ਵਿੱਚ ਅੰਬਾਲਾ ਆਏਗਾ, ਖੰਨਾ ਆਏਗਾ, ਪਾਣੀਪਤ ਆਏਗਾ, ਦਿੱਲੀ ਪਹੁੰਚਾਂਗੇ। ਉਸ ਨੂੰ ਇਸ ਰਸਤਾ ਹੀ ਪਤਾ ਹੈ, ਜਿਸ ਰਸਤੇ ਉਹਨੇ ਪੜ੍ਹਿਆ ਜਾਂ ਸੁਣਿਆ ਉਹੀ ਰਸਤਾ ਉਹਨੂੰ ਪਤਾ ਹੈ। ਮਗਰ ਅਗਰ ਇੱਕ ਇਨਸਾਨ ਗੱਡੀ ਵਿੱਚ ਸਵਾਰ ਹੋ ਗਿਆ, ਉਹ ਲਾਈਨ ਜਿਹੜੀ ਖਰਾਬ ਹੋ ਗਈ, ਵਾਇਆ ਧੂਰੀ ਜਾਣਾ ਪੈ ਗਿਆ, ਸੰਗਰੂਰ ਜਾਣਾ ਪੈ ਗਿਆ। ਉਹਨੇ ਪੜ੍ਹਿਆ ਤਾਂ ਇਹ ਸੀ ਵੀ ਵਾਇਆ ਅੰਬਾਲਾ ਆਏਗਾ, ਖੰਨਾ ਆਏਗਾ, ਮਗਰ ਉਹ ਧੂਰੀ ਸੰਗਰੂਰ ਦੇਖ ਕੇ ਸਟੇਸ਼ਨ ਪੜ੍ਹ ਕੇ ਵੀ ਮੈਂ ਤਾਂ ਗਲਤ ਰਾਹ ਤੇ ਪੈ ਗਿਆ, ਉੱਥੇ ਹੀ ਉਤਰ ਜਾਏਗਾ। ਇਹ ਨਹੀਂ ਪਤਾ ਵੀ ਇਹ ਗੱਡੀ ਜਾਣੀ ਉੱਥੇ ਹੀ ਹੈ। ਭਾਵੇਂ ਕਿਸੇ ਮੰਦਿਰ ਜਾਓ, ਭਾਵੇਂ ਗੁਰਦੁਆਰੇ ਜਾਓ, ਮਗਰ ਉੱਥੇ ਦੇ ਅਸੂਲ ਜ਼ਰੂਰ ਪੜ੍ਹੋ, ਦੇਖੋ। ਕਿਤਾਬੀ ਕੀੜੇ ਨਾ ਬਣੋ, ਉਹਦੇ ਉੱਤੇ ਅਮਲ ਕਰੋ। ਅਗਰ ਅਸੀਂ ਅਮਲ ਕਰਾਂਗੇ, ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਜਿਸ ਤਰ੍ਹਾਂ ਸਖੀਆਂ ਸਾਰੀਆਂ ਇਕੱਠੀਆਂ ਹੋ ਕੇ ਨਾਰਦ ਮੁਨੀ ਦੇ ਕੋਲ ਗਈਆਂ, ਆਖਣ ਲੱਗੀਆਂ ਕਿ ਸਾਨੂੰ ਕੋਈ ਐਸਾ ਉਪਾਅ ਦੱਸੋ ਜਿਹੜਾ ਕ੍ਰਿਸ਼ਨ ਭਗਵਾਨ ਦੇ ਨਾਲ ਸਾਡਾ ਜਨਮ ਜਮੰਤਰ ਤੱਕ ਸਾਡਾ ਸਾਥ ਰਹੇ। ਪਿਆਰੀ ਸਾਧ ਸੰਗਤ ਜੀ, ਨਾਰਦ ਆਖਣ ਲੱਗਾ, ਕਹਿੰਦਾ ਠੀਕ ਹੈ, ਤੁਸੀਂ ਕ੍ਰਿਸ਼ਨ ਭਗਵਾਨ ਦੇ ਬਰਾਬਰ ਮੈਨੂੰ ਸੋਨਾ ਧਨ ਦੌਲਤ ਦਾਨ ਕਰ ਦਿਓ। ਜਿੰਨਾ ਵੀ ਦਵਾਰਕਾਪੁਰੀ ਦਾ ਹੈ, ਉਹਨਾਂ ਨੇ ਸਾਰਾ ਸੋਨਾ ਧਨ ਇਕੱਠਾ ਕੀਤਾ, ਪਰ ਕ੍ਰਿਸ਼ਨ ਭਗਵਾਨ ਦਾ ਪਲੜਾ ਭਾਰੀ ਹੀ ਰਿਹਾ। ਉਹ ਹਾਰ ਗਈਆਂ। ਹਾਰ ਕੇ ਕ੍ਰਿਸ਼ਨ ਭਗਵਾਨ ਦੇ ਕੋਲ ਜਾਂਦੀਆਂ ਨੇ, ਕਹਿੰਦੀ ਮਹਾਰਾਜ ਤੁਸੀਂ ਹੀ ਦੱਸੋ ਵੀ ਇਹਦਾ ਕੀ ਹੈ ਉਪਾਅ। ਉਹ ਕਹਿੰਦੇ ਮੇਰੇ ਨਾਲੋਂ ਮੇਰਾ ਨਾਮ ਵੱਡਾ ਹੈ। ਪਿਆਰੀ ਸਾਧ ਸੰਗਤ ਜੀ, ਉਹਨਾਂ ਨੇ ਇੱਕ ਨਾਮ ਤੁਲਸੀ ਦੇ ਪੱਤੇ ਤੇ ਲਿਖ ਕੇ ਰੱਖ ਦਿੱਤਾ ਤੇ ਉਹ ਪਲੜਾ ਜਿਹੜਾ ਸੀ ਭਾਰਾ ਹੋ ਗਿਆ, ਰਾਮਮਾਲਾ। ਉਸੇ ਵੇਲੇ ਨਾਰਦ ਆਖਣ ਲੱਗਾ, ਇਹ ਮੈਨੂੰ ਫੜਾ ਦਿਓ। ਨਾਰਦ ਮੁਨੀ ਜੀ
ਉਹ ਨਾਮ ਕਹਿੰਦਾ ਇਹੀ ਤਾਂ ਮੈਂ ਚਾਹੁੰਦਾ ਸੀ, ਸਿਰਫ ਨਾਮ। ਉਹ ਨਾਮ ਲੈ ਕੇ ਹੀ ਤੁਰ ਗਿਆ ਵੀ ਮੈਂ ਸਾਰੀ ਜ਼ਿੰਦਗੀ ਇਹਦੀ ਭਾਲ ਕਰਦਾ ਰਿਹਾ, ਅੱਜ ਮੈਨੂੰ ਪੂਰਾ ਨਾਮ ਮਿਲ ਗਿਆ। ਕਹਿਣ ਦਾ ਭਾਵ ਇਹ ਹੈ ਪਿਆਰੀ ਸਾਧ ਸੰਗਤ ਜੀ, ਧਨ ਦੌਲਤ ਮਾਇਆ ਸਭ ਕੁਛ ਇੱਥੇ ਹੀ ਰਹਿ ਜਾਣਾ ਹੈ, ਨਾਮ ਸਾਡੇ ਨਾਲ ਹੀ ਜਾਣਾ ਹੈ, ਜਿਹਨੇ ਕਿ ਸਾਡਾ ਅੱਗੇ ਜਾ ਕੇ ਸਾਡਾ ਇਹ ਕਮਾਈ, ਨਾਮ ਦੀ ਕਮਾਈ ਨੇ ਕੰਮ ਆਉਣਾ ਹੈ। ਪਿਆਰੀ ਸਾਧ ਸੰਗਤ ਜੀ, ਜਿਹੜਾ ਰੂਹਾਨੀ ਸਤਸੰਗ ਹੈ ਇਹ ਕਿਸੇ ਭਾਗਾਂ ਵਾਲੇ ਨੂੰ ਹੀ ਮਿਲਦਾ ਹੈ। ਜਾਦੂ ਟੂਣੇ, ਕਾਲਾ ਇਲਮ, ਨੂਰੀ ਇਲਮ ਤੁਸੀਂ ਰੋਜ਼ ਦੇਖਦੇ ਹੋ, ਕੋਈ ਕਿਸੇ ਦਾ ਮੱਝ ਖਰਾਬ ਕਰਦਾ, ਕੋਈ ਕਿਸੇ ਦਾ ਕੋਈ ਕਰ ਹੋ ਜਾਂਦਾ ਹੈ। ਮਗਰ ਜੋ ਰੂਹਾਨੀ ਸਤਸੰਗ ਹੈ ਇਹਦੇ ਨਾਲ ਕੁਝ ਵੀ ਇਨਸਾਨ ਜਿਹੜਾ ਵੀ ਕਰਦਾ ਹੈ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਰੂਹਾਨੀ ਸਤਸੰਗ ਇਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਹਦੇ ਨਾਲ ਅਸੀਂ ਆਪਣੇ ਇਸ ਸੰਸਾਰ ਵਿੱਚ ਰਹਿ ਕੇ ਕਮਲ ਦੇ ਫੁੱਲ ਦੀ ਤਰ੍ਹਾਂ ਰਹਿ ਕੇ ਅਸੀਂ ਆਪਣੇ ਆਪ ਨੂੰ ਨਿਖਾਰ ਕੇ ਗ੍ਰਸਤ ਵਿੱਚ ਰਹਿ ਕੇ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਸ ਪਰਮਾਤਮਾ ਦੀ ਬੰਦਗੀ ਕਰਦੇ ਹਾਂ, ਉਹ ਸਾਡਾ ਸਹਾਈ ਹੁੰਦਾ ਹੈ। ਮਗਰ ਜੋ ਇਨਸਾਨ ਇੱਥੇ ਆ ਕੇ ਉਹਨੂੰ ਭੁੱਲ ਜਾਂਦਾ ਹੈ ਉਹ ਹਮੇਸ਼ਾ ਹੀ ਕਸ਼ਟ ਪਾਉਂਦਾ ਹੈ। ਉਹ ਗਲਤ ਰਾਹ ਤੇ ਗਲਤ ਚੱਲ ਕੇ ਜਾਦੂ ਟੂਣੇ ਉੱਤੇ ਵਿਸ਼ਵਾਸ ਕਰਦਾ ਹੈ, ਉਹਦੇ ਉੱਤੇ ਚੱਲ ਕੇ ਆਪਣਾ ਆਪ ਹੀ ਆਪਣੇ ਕੁਲਾਂ ਦਾ ਵੀ ਨਾਸ ਕਰ ਜਾਂਦਾ ਹੈ। ਪਿਆਰੀ ਸਾਧ ਸੰਗਤ ਜੀ, ਹਮੇਸ਼ਾ ਉਸ ਪਰਮਾਤਮਾ ਨੂੰ ਯਾਦ ਰੱਖੋ ਜਿਹਨੇ ਸਾਨੂੰ ਇੱਥੇ ਭੇਜਿਆ ਹੈ। ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਗੁਰਦੁਆਰੇ ਦੀ ਸੇਵਾ ਕਰਨ ਵਾਸਤੇ ਆਪਣੇ ਸੇਵਾਦਾਰ ਭਾਈ ਮੀਆਂ ਸਿੰਘ ਨੂੰ ਭੇਜਿਆ। ਪਿਆਰੀ ਸਾਧ ਸੰਗਤ ਜੀ, ਉਹ ਜਾ ਕੇ ਸਿੰਧ ਦੇ ਇਲਾਕੇ 'ਚ ਉਹਨੇ ਪ੍ਰਚਾਰ ਕੀਤਾ, ਸਤਸੰਗ ਕੀਤਾ, ਗੁਰਬਾਣੀ ਦਾ ਪ੍ਰਚਾਰ ਕੀਤਾ। ਉੱਥੇ ਜੋ ਵੀ ਭੇਟਾ ਚੜ੍ਹਦੀ ਸੀ ਉਹ ਆਪ ਹੀ ਖਾ ਜਾਂਦਾ ਸੀ। ਇਤਨਾ ਪੈਸਾ, ਲੋਕਾਂ ਦੀ ਸ਼ਰਧਾ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਸੀ, ਲੋਕਾਂ ਦੇ ਕੰਮ ਪੂਰੇ ਹੁੰਦੇ ਚਲੇ ਗਏ। ਮਗਰ ਉਹ ਪੈਸੇ ਦੇ ਨਸ਼ੇ ਵਿੱਚ ਆ ਕੇ ਬੁਰੇ ਕਰਮਾਂ ਦੇ ਵਿੱਚ ਬੈਠ ਗਿਆ, ਆਪਣੇ ਗੁਰੂ ਨੂੰ ਵੀ ਭੁੱਲ ਗਿਆ, ਬੁਰੇ ਕਰਮ ਕਰਨੇ। ਅਖੀਰ ਸਮਾਂ ਬੀਤਣ ਤੋਂ ਬਾਅਦ ਉਹਨਾਂ ਨੇ ਇੱਕ ਭਾਈ ਆਪਣਾ ਸੇਵਾਦਾਰ ਹੋਰ ਭੇਜਿਆ ਵੀ ਭਾਈ ਬੜੀ ਦੇਰ ਹੋ ਗਈ, ਉਹਨੂੰ ਉੱਥੋਂ ਆਏ ਨੂੰ ਕੀ ਆ, ਜਾ ਕੇ ਪਤਾ ਕਰੋ। ਕੀ ਦੇਖਦੇ ਨੇ ਭਾਈ ਲੈਣਾ ਜੀ, ਉੱਥੇ ਜਾਂਦੇ ਨੇ, ਕੀ ਦੇਖਦੇ ਨੇ, ਉਹ ਆਪਣੇ ਬੁਰੇ ਕਰਮਾਂ ਵਿੱਚ ਫਸਿਆ। ਉਹਨੇ ਜਾ ਕੇ ਗੁਰੂ ਦਾ ਪ੍ਰਚਾਰ ਕੀਤਾ, ਭਾਈ ਗਿਆਨ ਨੇ ਜਾ ਕੇ ਗੁਰੂ ਦਾ ਪ੍ਰਚਾਰ ਕੀਤਾ, ਸੱਚੇ ਗੁਰਬਾਣੀ ਦਾ ਪ੍ਰਚਾਰ ਕੀਤਾ। ਸੰਗਤਾਂ ਉਧਰੋਂ ਹਟ ਕੇ ਉਹਦਾ ਖੁਸ਼ਬੂ ਦੀ ਤਰ੍ਹਾਂ ਉਹਦੀ ਸੁਗੰਧੀ ਜਿਹੜੀ ਸੀ ਫੈਲ ਗਈ ਸਤਸੰਗ ਦੀ। ਲੋਕੀ ਉੱਥੇ ਸੰਗਤਾਂ ਆਉਣ ਲੱਗ ਗਈਆਂ। ਜੋ ਉੱਥੇ ਰੁਪਈਆ ਚੜ੍ਹਦਾ ਉਹਦੇ ਵਿੱਚ ਇੱਕ ਆਨਾ ਆਪਣੇ ਖਰਚ ਵਾਸਤੇ, ਰੋਟੀ ਪਾਣੀ ਵਾਸਤੇ, ਬਾਕੀ ਗੁਰੂ ਦੇ ਲੰਗਰ, ਗੁਰੂ ਦੀ ਸੇਵਾ ਵਾਸਤੇ ਭੇਜਣ ਲੱਗ ਪਿਆ। ਭਾਈ ਮੀਆਂ ਜਿਹੜਾ ਸੀ ਉਹਨੇ ਗੱਲ ਦੇ ਵਿੱਚ ਲੋਕਾਂ ਦੇ ਕੋਲੋਂ ਲੋਕੀ ਜਾਣੋਂ ਹਟ ਗਏ। ਉੱਥੋਂ ਉਹ ਭੈੜੇ ਕਰਮ ਕਰਦਾ ਸੀ, ਆਪੇ ਹੀ ਈਰਖਾ ਦੀ ਅੱਗ ਵਿੱਚ ਸੜਨ ਲੱਗ ਗਿਆ। ਈਰਖਾ ਦੀ ਅੱਗ ਜਿਹੜੀ ਉਹ ਬਹੁਤ ਹੀ ਭੈੜੀ ਹੁੰਦੀ ਹੈ। ਅਗਰ ਕੋਈ ਈਰਖਾ ਕਰਦਾ ਉਸ ਦੀ ਅੱਗ ਵਿੱਚ ਆਪ ਹੀ ਸੜ ਜਾਂਦਾ ਹੈ। ਪਿਆਰੀ ਸਾਧ ਸੰਗਤ ਜੀ, ਉਸਨੇ ਬੜੇ ਉਪਾਅ ਕੀਤੇ। ਇੱਕ ਮਟਿਆਰ ਔਰਤ ਲਿਆ ਕੇ ਉਹਨੇ ਉਸ ਭਾਈ ਜੀ ਦੇ ਗਲ ਪਾ ਦਿੱਤੀ। ਮਗਰ ਉਹਨਾਂ ਨੇ ਉਹਨੂੰ ਇਸ ਤਰੀਕੇ ਨਾਲ ਸਮਝਾਇਆ ਕਿ ਭਾਈ ਬੇਟਾ ਕੁਛ ਨਹੀਂ ਹੈ, ਨਾਮ ਦੇ ਵਿੱਚ ਹੀ ਸ਼ਕਤੀ ਇੰਨੀ ਹੈ। ਉਸ ਨੂੰ ਵੀ ਉਹਨਾਂ ਨੇ ਸਿੱਧੇ ਰਾਹ ਤੇ ਪਾ ਦਿੱਤਾ। ਮਗਰ ਉਹ ਭਾਈ ਮੀਆਂ ਦੀ ਪੇਸ਼ ਨਾ ਗਏ। ਉਹਨਾਂ ਨੇ ਭਾਈ ਗਹਿਲੇ ਨੂੰ ਮਾਰਨ ਵਾਸਤੇ ਜ਼ਹਿਰ ਭੇਜ ਦਿੱਤੀ, ਪ੍ਰਸ਼ਾਦ ਵਿੱਚ ਜ਼ਹਿਰ ਪਾ ਕੇ ਦੇ ਦਿੱਤੀ। ਉਸ ਵੇਲੇ ਬੜੇ ਉਹਨਾਂ ਨੇ ਵੈਦ ਬੂਦ ਲਿਆਂਦੇ, ਪਰ ਸੰਗਤਾਂ ਨੇ ਕੱਟ ਕੀਤਾ, ਪਤਾ ਲੱਗ ਗਿਆ ਕਿ ਜ਼ਹਿਰ ਦਿੱਤੀ ਹੈ। ਪਰ ਅਖੀਰ ਨੂੰ ਉਹ ਚਲਾਣਾ ਕਰ ਗਏ। ਉਹਨਾਂ ਨੇ ਪੂਰਾ ਰੀਤੀ ਰਿਵਾਜ ਦੇ ਨਾਲ ਭਾਈ ਦਾ ਸੰਸਕਾਰ ਕੀਤਾ। ਜਿਸਲੇ ਵਿਵਾਨ ਵਿੱਚ ਲੈ ਕੇ ਜਾ ਰਹੇ ਸਨ, ਉੱਥੇ ਰਾਜੇ ਨੇ ਦੇਖਿਆ ਵੀ ਕੌਣ ਹੈ। ਉਹਨਾਂ ਨੇ ਕਿਹਾ ਵੀ ਭਾਈ ਗੈਲਾ ਜੀ ਨੇ ਇਸ ਤਰ੍ਹਾਂ ਗੁਰੂ ਘਰ ਦੀ ਸੇਵਾ ਕਰ ਰਹੇ ਸੀ, ਉਹਨਾਂ ਨੇ ਇਸ ਤਰ੍ਹਾਂ ਭਾਈ ਮੀਆਂ ਨੇ ਉਹਨੂੰ ਜ਼ਹਿਰ ਦੇ ਦਿੱਤਾ। ਉਹ ਵੀ ਉਹਨਾਂ ਦਾ ਸੇਵਕ ਸੀ ਰਾਜਾ। ਉਹਨਾਂ ਨੇ ਉਸ ਦਾ ਰੋਜ਼ ਆਪਾਂ ਗੁਰਦੁਆਰੇ ਵਿੱਚ ਜਾਂਦੇ ਹਾਂ, ਮੰਦਿਰ ਜਾਂਦੇ ਹਾਂ, ਅਗਰ ਉੱਥੇ ਦੇ ਅਸੂਲਾਂ ਨੂੰ ਆਪਾਂ ਅਪਣਾਉਂਦੇ ਨਹੀਂ, ਉਹਨਾਂ ਦੇ ਗੁਰੂ ਦੇ ਗ੍ਰੰਥ ਸਾਹਿਬ ਦੇ ਮਗਰ ਜਾਂ ਨਾਮ ਦੇ ਜਾਂ ਜਿੱਥੇ ਵੀ ਜੋ ਵੀ ਸਤਸੰਗ ਕੀਰਤਨ ਹੁੰਦਾ ਹੈ ਉਹਦੇ ਉੱਤੇ ਆਪਾਂ ਅਮਲ ਨਹੀਂ ਕਰਦੇ,
ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਪਿਆਰੀ ਸਾਧ ਸੰਗਤ ਜੀ, ਕਈ ਸੰਗਤਾਂ ਦੇਖੀਆਂ ਨੇ, ਬਹੁਤ ਸਾਰੀਆਂ ਭਟਕ ਜਾਂਦੀਆਂ ਨੇ, ਪਰ ਇਹ ਯਾਦ ਰੱਖੋ, ਹਮੇਸ਼ਾ ਪੜ੍ਹ ਕੇ ਗੁਜ਼ਾਰਾ ਨਹੀਂ ਹੁੰਦਾ, ਉਹਦੇ ਉੱਤੇ ਅਮਲ ਕਰਕੇ ਹੀ ਤੁਹਾਨੂੰ ਕੁਝ ਪ੍ਰਾਪਤੀ ਹੋਣੀ ਹੈ।